ਉਹ ਇਹ ਆ ਕਿ ਮੈਨੂੰ ਇੱਕ ਗੱਲ ਦੱਸੋ ਕਿ ਬੀਬੀਆਂ ਭੈਣਾਂ ਜਿਹੜੀਆਂ ਮਾਸ ਦੇ ਵਿੱਚ ਜਾਂਦੀਆਂ ਜਾਂ ਕਿਤੇ ਵੀ ਜਾਂਦੀਆਂ, ਸਭ ਤੋਂ ਪਹਿਲੇ ਤਾਂ ਉਹਨਾਂ ਦੀ ਸ਼ਰਮੋ ਹਯਾ ਬਹੁਤ ਜ਼ਰੂਰੀ ਆ। ਫਿਰ ਮੈਂ ਮਾਜ਼ਰਤ ਦੇ ਨਾਲ ਗੁਸਤਾਖੀ ਮਾਫ, ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਕੋਈ ਵੀ ਗੱਲ ਕਰੋ ਤੇ ਗੱਲ ਸਮਾਨ ਨੂੰ ਲੱਗ ਜਾਂਦੀ ਹੈ। ਮੈਂ ਮਤਲਬ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਮੈਂ ਇਹ ਕਹਾਂਗਾ ਕਿ ਵਕਲਾ ਬਰਾਦਰੀ, ਪੁਲਿਸ, ਡਾਕਟਰਸ ਸਾਰੇ ਮਤਲਬ ਆਪਣਾ ਆਪਣਾ ਵਰਕ ਜਿਹੜਾ ਕਰਦੇ ਆ ਆਪਣੇ ਆਪਣੇ ਸ਼ੋਬੇ ਦੇ ਵਿੱਚ, ਉਹ ਸਾਰੇ ਗਲਤ ਨਹੀਂ ਹੁੰਦੇ ਤੇ ਉਹਦੇ 'ਚ ਵਕੀਲ ਸਾਹਿਬ ਦਾ ਵੀ ਕੋਈ ਕਸੂਰ ਨਹੀਂ, ਤਰਬੀਅਤ ਨਹੀਂ ਕੀਤੀ। ਫਿਰ ਇੱਕ ਬੰਦਾ, ਇੱਕ ਮੁੰਡਾ ਕਿਸੇ ਨੂੰ ਹਰਾਸਮੈਂਟ ਕਰੇ ਤੇ ਸਾਰੇ ਕੇਸ ਜਿਹੜੇ ਆ ਨਾ ਜਨਾਬ, ਤੁਸੀਂ ਪੂਰੇ ਕੇਸ ਛਾਣ ਕੇ ਵੇਖ ਲਓ ਤੇ ਬੰਦੇ ਦੇ ਸਾਰੇ ਇਲਜ਼ਾਮ ਆਉਂਦੇ ਆ, ਬੁੱਢੀ ਦੇ ਇਲਜ਼ਾਮ ਘੱਟ ਹੀ ਆ। ਦਿਨ ਬ ਦਿਨ ਖਾਈ 'ਚ ਡਿੱਗਦੇ ਜਾਣ ਰਹੇ ਆ, ਸਾਨੂੰ ਕੋਈ ਪੁੱਛਣ ਵਾਲਾ ਨਹੀਂ, ਸਾਨੂੰ ਕੋਈ ਦੱਸਣ ਵਾਲਾ ਨਹੀਂ। ਅਗਰ ਜਿਹਦੀ ਕੋਈ ਚੱਲਦੀ ਆ ਉਹ ਆਪਣੀ ਚਲਾਉਂਦਾ ਵਾ, ਜਿਹੜੇ ਗਰੀਬ ਦੀ ਕਿਸੇ ਦੀ ਚੱਲਦੀ ਨਹੀਂ ਉਹਨੂੰ ਦਬਾਇਆ ਜਾਂਦਾ। ਤੇ ਅੱਜ ਅਸੀਂ ਹੈਰਾਨ ਹੋ ਗਏ ਜਨਾਬ, ਬੀਬੀਆਂ ਉੱਥੇ ਜਨਾਬ ਉਹਨਾਂ ਨੇ ਬੱਚੇ ਦਾ ਐਸੀ ਤੈਸੀ ਫੇਰਦੀ ਹੈ ਜਨਾਬ, ਕਿੱਕਾਂ ਮਾਰਨ ਡਈਆਂ, ਮਤਲਬ ਲੱਤਾਂ ਮਾਰਨ ਡਈਆਂ, ਕੀ ਕੁਛ ਕਰਨ ਡਈਆਂ। अस्सलाम वालेकुम नाज़रीन, कमर अब्बास मंज ਤੁਹਾਡੀ ਖਿਦਮਤ 'ਚ ਹਾਜ਼ਰ ਆ। ਨਾਜ਼ਰੀਨ, ਸਭ ਤੋਂ ਪਹਿਲੇ ਤੇ ਜਿਹੜੀ ਨਾ ਇੱਕ ਲਾਹੌਰ ਦੇ ਮਾੜ ਦੇ ਵਿੱਚ ਇੱਕ ਵੀਡੀਓ ਆ ਜਿਹਦੇ 'ਚ ਕੁਝ ਬੀਬੀਆਂ ਭੈਣਾਂ ਇੱਕ ਬੰਦੇ ਨੂੰ ਕੁੱਟਣ ਡਈਆਂ ਤੇ ਉਹਦੇ ਹਵਾਲੇ ਨਾਲ ਅੱਜ ਦਾ ਪ੍ਰੋਗਰਾਮ ਰੱਖਿਆ। ਪਹਿਲੇ ਤੁਸੀਂ ਇਦਾਂ ਕਰੋ ਕਿ ਵੀਡੀਓ ਮੁਲਾਜ਼ਾ ਕਰੋ ਤਾਂ ਕਿ ਤੁਹਾਨੂੰ ਅੰਦਾਜ਼ਾ ਹੋਵੇ कि ਰੌਲਾ ਕੀ है। यहाँ पे किया है, ये ज्यादती की है, हमें इंसाफ चाहिए। ये हमारा बेचारा गरीब हेल्पर जो कि आते हैं यहाँ पे मेहनत मजदूरी करने, इन्होंने उसके साथ क्या किया है। और उल्टा पर्चा भी दे दिया हैरेसमेंट का, जो कि सरासर झूठा है। और हम पुलिस को भी कहते रहे कि ये गलत है, आप वीडियो देख सकते हैं कि इसमें कोई उस बेचारे की गलती नहीं है, लेकिन उसके बावजूद वो अभी तक थाने के अंदर है। ये देखें, ये देखें, ये सारी मिल के उस बेचारे को मार पीट रही हैं, तीनों चारों। ये देखें, वो बेचारा अपनी ड्यूटी कर रहा था, किसी ने बालों से खींचा हुआ है, कोई थप्पड़ मार रहा है, कोई नहीं छुड़वा रहा उसको। ये आप लोग देख सकते हैं, ये गलत इस्तेमाल है। ये अब लेडीज होने का नजायज फायदा उठा रहे हैं और फिर अपने ओहदे होने का, एक बड़े वकील की बेटियों होने का नजायज फायदा उठाया है कि पुलिस ने इनकी दरखास्त पे अमल किया है, हमारी कोई बात नहीं सुनी। ये देखें, बालों से उस पकड़ के उस बेचारे को थप्पड़ मार रहे हैं। छोटा बच्चा है बेचारा, उसका कोई कसूर तक नहीं है। और फिर एप्लीकेशन दी है, उसको थाने में बंद करा दिया। हमारी एप्लीकेशन पे अमल नहीं हो रहा तो पुलिस कह रही है उसको पाँव पकड़ के उससे माफी मांगो। हम यूसुफ बेचारे को, जिसको इतना मारा पीटा गया, उसको कह रहे हैं कि पाँव पकड़ के माफी मांगो। वो बेचारा कह रहा है मेरा कसूर क्या है, मैं आराम से अपनी ड्यूटी पे खड़ा हुआ था, मुझे इन्होंने मारा पीटा है। वो बुजुर्ग उसको छुड़वा रहे हैं, कह रहे हैं, और बाद में इन्होंने जो है वो उसको भी गालियां दी हैं। इन लड़कियों ने उस बुजुर्ग को भी गालियां निकाली हैं और हमें कह रहे हैं कि वो उस बुजुर्ग को जो है वो भी पेश करें, उसको पेश करें। पूरा हमारे शॉप का ऑपरेशन बंद करवा दिया है, पुलिस आई है, इनको पकड़ के ले गई है, हमारी कोई बात नहीं सुनी गई। ये देखें, मुसलसल उसको मारा पीटा जा रहा है। बाकी कस्टमर भी खड़े हुए हैं, कोई नहीं छुड़वा सकता क्योंकि वो लेडीज हैं। हर कोई डरता है हैरेसमेंट के कानून से। ये हैरेसमेंट का गलत इस्तेमाल है, ज्यादती की, मारा पीटा उल्टा। ये देखें, वो बेचारा, उसकी हालत देखें। जी, मैं उम्मीद करदा कि तुसी वीडियो देख ली होएगी ਤੇ ਤੁਹਾਨੂੰ ਸਾਰੀ ਚੀਜ਼ ਦਾ ਨਾ ਕਲੀਅਰ ਹੋ ਗਿਆ ਹੋਊਗਾ ਕਿ ਕੀ ਹੋਇਆ। ਅਸਲ ਮਸਲਾ, ਅਸਲ ਪ੍ਰੋਗਰਾਮ ਕਰਨ ਦਾ ਜਿਹੜਾ ਮੇਰਾ ਅੱਜ ਦਾ ਜਿਹੜਾ ਇੱਕ ਹੈ ਜੀ, ਉਹ ਇਹ ਹੈ ਕਿ ਮੈਨੂੰ ਇੱਕ ਗੱਲ ਦੱਸੋ ਕਿ ਬੀਬੀਆਂ ਭੈਣਾਂ ਜਿਹੜੀਆਂ ਮਾਸ ਦੇ ਵਿੱਚ ਜਾਂਦੀਆਂ ਜਾਂ ਕਿਤੇ ਵੀ ਜਾਂਦੀਆਂ, ਸਭ ਤੋਂ ਪਹਿਲੇ ਤਾਂ ਉਹਨਾਂ ਦੀ ਸ਼ਰਮੋ ਹਯਾ ਬਹੁਤ ਜ਼ਰੂਰੀ ਆ। ਫਿਰ ਮੈਂ ਮਾਜ਼ਰਤ ਦੇ ਨਾਲ ਗੁਸਤਾਖੀ ਮਾਫ, ਕਿਉਂਕਿ ਸੋਸ਼ਲ ਮੀਡੀਆ ਦਾ ਦੌਰ ਹੈ ਤੇ ਕੋਈ ਵੀ ਗੱਲ ਕਰੋ ਤੇ ਗੱਲ ਸਮਾਨ ਨੂੰ ਲੱਗ ਜਾਂਦੀ ਆ। ਤੇ ਗੱਲ ਇਹ ਹੈ ਕਿ ਦੇਖੋ, ਬੀਬੀਆਂ ਭੈਣਾਂ ਨੇ ਕੱਪੜੇ ਜ਼ੇਬਤਨ ਮਾਸ਼ਾਅੱਲਾ ਕੀਤੇ ਆ, ਡਰੈਸ ਜਿਹੜੇ ਉਹਨਾਂ ਨੇ ਪਾਏ ਆ ਤੇ ਬੜੀਆਂ ਹਾਈ ਫਾਈ ਔਰ ਹਾਈ ਕਲਾਸ ਫੈਮਿਲੀ ਤੋਂ ਤਲਕ ਰੱਖਦੀਆਂ। ਤੇ ਜਿਹਦੇ 'ਚ ਇੱਕ ਭਾਈ ਨੇ ਫਰਮਾਇਆ ਕਿ ਜਨਾਬ ਉਹ ਕਿਸੇ ਵਕੀਲ ਸਾਹਿਬ ਦੀਆਂ ਬੇਟੀਆਂ ਵਾ ਤੇ ਬੇਟੀਆਂ ਵੈਸੇ ਅੱਲਾ ਦੀਆਂ ਰਹਿਮਤਾਂ ਹੁੰਦੀਆਂ ਜੀ, ਅੱਲਾ ਦੀ ਰਹਿਮਤ ਹੁੰਦੀਆਂ ਤੇ ਅੱਲਾਹ ਤਾਲਾ ਉਹਨਾਂ ਦੀ ਜ਼ਿੰਦਗੀ ਕਰੇ। ਮੈਂ ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਚਾਹ ਰਿਹਾ ਕਿ ਦੇਖੋ, ਉਹ ਬੱਚੇ ਨੂੰ, ਉਹ ਮੁੰਡੇ ਨੂੰ ਜਿਹੜਾ ਜਿਹਦਾ ਨਾਂ ਯੂਸਫ ਆ, ਉਹਨੂੰ ਕੁੱਟਿਆ, ਔਰ ਮੈਂ ਕਹਿੰਦਾ ਮਾੜਾ ਜਿਹਾ ਨਹੀਂ ਕੁੱਟਿਆ, ਬਹੁਤ ਤਗੜਾ ਕੁੱਟਿਆ। ਤੇ ਉਹਨਾਂ ਨੇ ਉੱਤੇ ਇਲਜ਼ਾਮ ਕੀ ਲਾਇਆ ਜੀ ਕਿ ਇਹਨੇ ਸਾਨੂੰ ਹਰਾਸਮੈਂਟ ਕੀਤਾ, ਔਰ ਵੀਡੀਓ ਤੁਹਾਡੇ ਸਾਹਮਣੇ ਬਿਲਕੁਲ ਮੁਲਾਜ਼ਾ ਵਾ ਕਿ ਉਸ ਬੱਚੇ ਨੇ ਕੀ ਹਰਾਸਮੈਂਟ ਕੀਤਾ ਹੋਏਗਾ, ਕੀ ਕੀਤਾ ਹੋਏਗਾ। ਕਿਉਂਕਿ ਇੱਥੇ ਸਾਡਾ ਜਿਹੜਾ ਨਾ ਮਾਸ਼ਰਾ ਹੈ, ਫਿਰ ਖਾਸ ਕਰ ਇੱਦਾਂ ਦੇ ਪੜ੍ਹੇ ਲਿਖੇ ਲੋਕ
ਮੈਂ ਸਮਝਦਾ ਕਿ ਬੜੇ ਹਾਈ ਫਾਈ ਮਾਈਂਡ ਦੇ ਉਹ ਮਾਲਕ ਹੁੰਦੇ ਆ, ਉਹਨਾਂ ਨੂੰ ਮਤਲਬ ਇਹਦੇ ਨਾਲ ਕਿਉਂਕਿ ਉਹ ਬੰਦੇ ਕੋਈ ਚੀਜ਼ ਪਰਚੇਜ਼ ਕਰ ਰਹੀ ਹੈ, ਇੱਕ ਬੰਦਾ ਸਾਹਮਣੇ ਖੜਾ ਹੈ ਤੇ ਅਗਰ ਉਹ ਹੱਸ ਕੇ ਗੱਲ ਕਰੇਗਾ ਤੇ ਉਹ ਵੀ ਕੋਈ ਏਡਾ ਬ੍ਰੌਡ ਮਾਈਂਡ ਲੋਕ ਹੁੰਦੇ ਆ, ਉਹ ਨਹੀਂ ਇਹਨੂੰ ਸਮਝਦੇ। ਲੇਕਿਨ ਇਹ ਮੈਨੂੰ ਦੇਖ ਕੇ ਅਫਸੋਸ ਵੀ ਹੋਇਆ ਤੇ ਹੈਰਾਨਗੀ ਵੀ ਹੋਈ ਆ ਕਿ ਵੀ ਸਾਰੀਆਂ ਬੀਬੀਆਂ ਭੈਣਾਂ ਨੇ ਰਲ ਕੇ ਉਹਨੂੰ ਫੜ ਲਿਆ। ਮੈਂ ਸਮਝਦਾ ਕਿ ਇਦਾਂ ਦੀ ਸਪਿਰਿਟ ਬੀਬੀਆਂ ਭੈਣਾਂ 'ਚ ਹੋਣੀ ਚਾਹੀਦੀ ਆ, ਲੇਕਿਨ ਇਹ ਵੀ ਤੇ ਵੇਖ ਲੈਣ ਉਹ ਵਿਚਾਰਾ ਅੱਗੇ ਮਾੜਾ ਬੰਦਾ ਖੜਾ ਹੈ ਤੇ ਉਹਨੂੰ ਤੁਸੀਂ ਫੜ ਕੇ ਕੁੱਟ ਦਿੱਤਾ, ਉਹਦੇ ਵਾਲ ਨਹੀਂ ਛੱਡਣ ਡੀਆਂ, ਉਹਦੇ ਵਾਲ ਫੜ ਕੇ ਪੁੱਟਣ ਡੀਆਂ। ਯਾਨੀ ਕਿ ਬੁੱਢੀਆਂ ਵਾਲੀ ਲੜਾਈ ਹਮੇਸ਼ਾ ਤੁਸੀਂ ਦੇਖਦੇ ਹੋਣੇ ਅਮੂਮਨ ਵਾਲਾਂ ਤੋਂ ਸ਼ੁਰੂ ਹੁੰਦੀ ਆ, ਕਿਉਂਕਿ ਘਸੁੰਨ ਮੁੱਕੀ ਤੇ ਬੰਦਾ ਹੁੰਦਾ, ਬੁੱਢੀਆਂ ਘੱਟ ਹੁੰਦੀਆਂ। ਤੇ ਉਹ ਦੇਖੋ ਨਾ ਕਿ ਕਿੰਨੀ ਇੱਕ ਜ਼ਿਆਦਤੀ ਕੀਤੀ, ਉਸ ਜ਼ਿਆਦਤੀ ਜ਼ੁਲਮ ਤੋਂ ਬਾਅਦ ਜਨਾਬ ਉਹਦੇ ਖਿਲਾਫ FIR ਵੀ ਕਟਾਤੀ ਹੈ ਤੇ ਉਹਨੂੰ ਥਾਣੇ ਵੀ ਮਤਲਬ ਫੜਵਾਤਾ। ਲੇਕਿਨ ਉਹ ਇੱਕ ਉੱਥੇ ਦੇਖੋ ਇੱਕ ਬਜ਼ੁਰਗ ਆਦਮੀ ਹੈ ਤੇ ਉਹ ਵੀ ਉਹਨੂੰ ਛਡਾਣ ਡਿਆ ਤੇ ਅੱਗੇ ਉਹਨੂੰ ਵੀ ਧਮਕੀਆਂ ਲਾਤੀਆਂ ਤੇ ਕਹਿੰਦੇ ਗਾਲੀ ਗਲੋਚ ਵੀ ਕੀਤੀ। ਤੇ ਮੈਂ ਮਤਲਬ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ। ਮੈਂ ਇਹ ਕਹਾਂਗਾ ਕਿ ਵਕਲਾ ਬਰਾਦਰੀ, ਪੁਲਿਸ, ਡਾਕਟਰਸ ਸਾਰੇ ਮਤਲਬ ਆਪਣਾ ਆਪਣਾ ਵਰਕ ਜਿਹੜਾ ਕਰਦੇ ਆ ਆਪਣੇ ਆਪਣੇ ਸ਼ੋਬੇ ਦੇ ਵਿੱਚ, ਉਹ ਸਾਰੇ ਗਲਤ ਨਹੀਂ ਹੁੰਦੇ ਤੇ ਉਹਦੇ 'ਚ ਵਕੀਲ ਸਾਹਿਬ ਦਾ ਵੀ ਕੋਈ ਕਸੂਰ ਨਹੀਂ, ਕਿਉਂਕਿ ਉਹਨਾਂ ਦੀਆਂ ਬੇਟੀਆਂ ਨੇ ਕੀਤਾ। ਹਾਂ, ਅਸਰੋ ਰਸੂਖ ਜ਼ਰੂਰ ਹੋ ਸਕਦਾ ਕਿ ਅੱਛੇ ਵਕੀਲ ਹੋਣਗੇ ਤੇ ਮਾਸ਼ਾਅੱਲਾ, ਲੇਕਿਨ ਮਾਮਲਾ ਤੇ ਇਹ ਆ ਕਿ ਜਿਹੜੀ ਤਰਬੀਅਤ ਨਜ਼ਰ ਆਉਂਦੀ ਆ ਫਿਰ ਉਹਦੇ 'ਚ, ਜਿੱਥੇ ਅਸੀਂ ਕਹਿੰਦੇ ਕਿ ਯਾਰ ਇਹਨਾਂ ਦੇ ਮਾਂ-ਪਿਓ ਨੇ ਇਹਨਾਂ ਦੀ ਤਰਬੀਅਤ ਨਹੀਂ ਕੀਤੀ, ਫਿਰ ਇੱਕ ਬੰਦਾ ਇੱਕ ਮੁੰਡਾ ਕਿਸੇ ਨੂੰ ਹਰਾਸਮੈਂਟ ਕਰੇ ਤੇ ਸਾਰੇ ਕੇਸ ਜਿਹੜੇ ਆ ਨਾ ਜਨਾਬ, ਤੁਸੀਂ ਪੂਰੇ ਕੇਸ ਛਾਣ ਕੇ ਵੇਖ ਲਓ ਤੇ ਬੰਦੇ ਦੇ ਹੀ ਸਾਰੇ ਇਲਜ਼ਾਮ ਆਉਂਦੇ ਆ, ਬੁੱਢੀ ਦੇ ਇਲਜ਼ਾਮ ਘੱਟ ਆਉਂਦਾ। ਤੇ ਇਹ ਮਕਸਦ ਹੁਣ ਤੁਹਾਡੇ ਸਾਹਮਣੇ ਸਾਰੀ ਗੱਲਬਾਤ ਆ ਤੇ ਉਸ ਗਰੀਬ ਉਹ ਵਿਚਾਰਾ ਕੋਈ ਉੱਥੇ ਕਹਿ ਲਓ ਕਿ ਸਮਾਨ ਸਮੂਨ ਫੜਾਉਣ ਵਾਲਾ ਬੱਚਾ ਜਿਹੜਾ ਉੱਥੇ ਮਾੜ ਦੇ ਵਿੱਚ ਖੜਾ ਤੇ ਜਿਹਨੂੰ ਇਹ ਕੁੱਟਣ ਡਈਆਂ ਸਾਰੀਆਂ ਨਾਲ। ਤੇ ਇਹਦੇ ਤੇ ਦੇਖੋ ਸਾਡਾ ਅਲਮੀਆ, ਸਾਡੇ ਮੁਲਕ ਦੇ ਹਾਲਾਤ, ਸਾਡੇ ਮੁਲਕ ਦੇ ਮਾਮਲਾਤ ਕਿ ਅਸੀਂ ਦਿਨ ਬ ਦਿਨ ਖਾਈ 'ਚ ਡਿੱਗਦੇ ਜਾਣ ਰਹੇ ਆ, ਸਾਨੂੰ ਕੋਈ ਪੁੱਛਣ ਵਾਲਾ ਨਹੀਂ, ਸਾਨੂੰ ਕੋਈ ਦੱਸਣ ਵਾਲਾ ਨਹੀਂ। ਅਗਰ ਜਿਹਦੀ ਕੋਈ ਚੱਲਦੀ ਆ ਉਹ ਆਪਣੀ ਚਲਾਉਂਦਾ ਵਾ, ਜਿਹੜੇ ਗਰੀਬ ਦੀ ਕਿਸੇ ਦੀ ਚੱਲਦੀ ਨਹੀਂ ਉਹਨੂੰ ਦਬਾਇਆ ਜਾਂਦਾ। ਤੇ ਇਹ ਸਾਡੇ ਮੁਲਕ ਦਾ ਇੱਕ ਵਤੀਰਾ ਬਣ ਗਿਆ। ਇਹਦੇ 'ਚ ਦੇਖੋ ਹੁਣ ਪੁਲਿਸ ਜਨਾਬ ਉਹ ਕਹਿਣ ਡਈ ਜੀ ਕਿ ਉਸ ਬਜ਼ੁਰਗ ਨੂੰ ਵੀ ਲੈ ਕੇ ਆਓ, ਉਹਨੂੰ ਵੀ ਪੇਸ਼ ਕਰੋ, ਫਿਰ ਉਹਦੇ ਪੈਰਾਂ 'ਚ ਡਿੱਗ ਕੇ ਉਹਨਾਂ ਦੇ ਪੈਰਾਂ 'ਚ ਡਿੱਗ ਕੇ ਤੇ ਮਾਫੀ ਮੰਗੋ। ਕੋਈ ਐਸਾ ਮੈਕੈਨਿਜ਼ਮ ਨਹੀਂ ਹੈਗਾ, ਕੋਈ ਐਸਾ ਸਿਸਟਮ ਪਾਕਿਸਤਾਨ ਦੇ ਵਿੱਚ ਨਹੀਂ ਹੈਗਾ ਕਿ ਜਨਾਬ ਅਗਰ ਔਰਤ ਨੇ ਗਲਤੀ ਕੀਤੀ ਆ ਤੇ ਉਹਨੂੰ ਵੀ ਉਨੀ ਸਜ਼ਾ ਦੇਣੀ ਚਾਹੀਦੀ ਹੈ ਜਿੰਨੀ ਮਰਦ ਨੂੰ ਮਿਲਦੀ ਹੈ ਜਾਂ ਜਿੰਨੀ ਬੰਦੇ ਨੂੰ ਮਿਲਦੀ ਹੈ। ਲੇਕਿਨ ਅਫਸੋਸ, ਹੱਦ ਅਫਸੋਸ ਕਿ ਅਸੀਂ ਕਿਹੜੇ ਮੁਲਕ 'ਚ ਰਹਿਣ ਡਏ ਹਾਂ ਜਿੱਥੇ ਬੰਦੇ ਦੀ ਕੋਈ ਕਦਰ ਹੀ ਨਹੀਂ ਹੈ। ਤੇ ਜੇ ਕੋਈ ਬੀਬੀ ਦੇ ਖਿਲਾਫ ਗੱਲ ਕਰ ਦੇਗਾ ਜਾਂ ਬੀਬੀ ਨੂੰ ਕੋਈ ਕਹਿ ਦੇਗਾ ਤੇ ਬਾਬਾ ਜੀ ਉਹ ਮਤਲਬ ਸੋਸ਼ਲ ਮੀਡੀਆ ਤੇ ਵਾਹਵਾ ਹੋਣੀ ਸ਼ੁਰੂ ਹੋ ਜਾਏਗੀ, ਲਓ ਜੀ ਇਹਨੇ ਔਰਤ ਦੀ ਤਜ਼ਲੀਲ ਕਰਦੀ, ਲਓ ਜੀ ਇਹਨੇ ਔਰਤ ਦੀ ਤਜ਼ਲੀਲ ਕਰਦੀ। ਦੱਸੋ ਅੱਲਾ ਦੇ ਉਹ ਬੰਦਿਓ, ਕਾਹਦੀ ਤਜ਼ਲੀਲ ਕਰਦੀ? ਇਹ ਹੁਣ ਤੁਸੀਂ ਤਜ਼ਲੀਲ ਵੇਖ ਲਈ ਹੋਣੀ ਹੈ ਕਿ ਤਜ਼ਲੀਲ ਔਰਤ ਨੇ ਕੀਤੀ ਹੈ ਕਿ ਮਰਦ ਨੇ ਕੀਤੀ ਹੈ। ਉਹ ਕੋਈ ਅੱਲਾ ਦੇ ਉਹ ਬੰਦਿਓ, ਕੋਈ ਮਤਲਬ ਹੋਸ਼ ਦੇ ਨਾਖਣ ਲੈ ਲਓ। ਇਹ ਇੱਕ ਚੀਜ਼ ਮਾੜ ਦੇ ਵਿੱਚ ਉਹ ਸਮਾਨ ਲੈਣ ਗਈਆਂ, ਦੁਪੱਟੇ ਸਿਰ ਤੇ ਨਹੀਂ ਹੈਗੇ ਤੇ ਜਨਾਬ ਉਹ ਮਾੜ 'ਚ ਵੜ ਗਈਆਂ। ਤੇ ਜੇ ਮਤਲਬ ਉੱਥੇ ਤੁਸੀਂ ਮੈਨੂੰ ਇੱਕ ਗੱਲ ਦੱਸੋ, ਇੱਕ ਗੱਲ ਹੈ ਕਿ ਜਦੋਂ ਤੁਸੀਂ ਪਰਦੇ 'ਚ ਨਹੀਂ ਰਹੋਗੇ ਤੇ ਹਰ ਬੰਦਾ ਤੁਹਾਨੂੰ ਵੇਖੇਗਾ, ਕਿਉਂਕਿ ਤੁਸੀਂ ਦੁਨੀਆ ਦਾ ਅਜੂਬਾ, ਤੁਹਾਨੂੰ ਹਰ ਬੰਦਾ ਵੇਖੇਗਾ। ਲਿਹਾਜ਼ਾ ਮੈਂ ਮਤਲਬ ਇੱਕ ਰਿਕੁਐਸਟ ਕਰ ਰਿਹਾ ਕਿ ਇਹਦੇ ਤੇ ਥੋੜਾ ਜਿਹਾ ਗੌਰ ਕਰੋ। ਸਾਡੀ ਆਵਾਮ ਮਾਸ਼ਾਅੱਲਾ ਬੜਾ ਅੱਛਾ ਐਨਾਲਿਸਿਸ ਕਰ ਲੈਂਦੀ ਆ, ਕਿਉਂਕਿ ਸੋਸ਼ਲ ਮੀਡੀਆ ਤੇ ਜੋ ਆਉਂਦਾ ਉਹ ਤੇ ਇਮਾਨ ਲੈ ਆਉਂਦੀ ਹੈ। ਸਾਡੀ ਆਵਾਮ ਵੀ ਮਾਸ਼ਾਅੱਲਾ ਇਦਾਂ ਦੀ ਹੈ। ਲਿਹਾਜ਼ਾ ਇਸ ਚੀਜ਼ ਨੂੰ ਥੋੜਾ ਜਿਹਾ ਪਰਖੋ, ਇਹਨੂੰ ਵੇਖੋ। ਇਹ ਵੀਡੀਓ ਤੁਹਾਨੂੰ ਮੈਂ ਵਿਖਾਈ ਆ, ਠੀਕ ਹੋ ਗਿਆ। ਇਹ ਵੀਡੀਓ ਤੇ ਗੌਰ ਕਰੋ ਜ਼ਰਾ, ਇਹਦੇ ਤੇ ਵੇਖੋ ਕਿ ਗਲਤੀ ਕਿਹਦੀ ਹੈ। ਅਗਰ ਉਸ ਬੱਚੇ ਦੀ ਗਲਤੀ ਹੈ ਤੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਲੇਕਿਨ ਜੋ ਅਸੀਂ ਵੇਖ ਰਹੇ ਆ, ਜੋ ਅਸੀਂ ਆਪਣੀ ਅੱਖਾਂ ਨਾਲ ਵੇਖਿਆ ਹੁਣ ਉਸ ਵੀਡੀਓ ਦੇ ਵਿੱਚ, ਤੇ ਪਿੱਛੇ ਇੱਕ ਵਾਇਸ ਓਵਰ ਚੱਲੀ ਆ, ਉਹ ਸ਼ਾਇਦ ਉਸ ਦੁਕਾਨਦਾਰ ਦੀ ਆ, ਜਿਹੜਾ ਮਾਲਕ ਆ ਦੁਕਾਨ ਦਾ। ਚਲੋ ਇੰਨੀ ਤੇ ਅਵੇਅਰਨੈਸ ਹੋ ਗਈ ਲੋਕਾਂ ਨੂੰ ਕਿ ਇੱਕ ਵੀਡੀਓ ਬਣਾਈ ਤੇ ਉੱਤੇ ਉਹਨੇ ਆਪਣੀ ਵਾਇਸ ਬਣਾ ਕੇ ਦੱਸਿਆ ਕਿ ਜਨਾਬ ਸਾਡੇ ਨਾਲ ਜ਼ਿਆਦਤੀ ਹੋਈ। ਫਿਰ ਉਸ ਬੱਚੇ ਨੂੰ ਉੱਥੇ ਕਰਾਤਾ ਥਾਣੇ ਦੇ ਅੰਦਰ, ਜੇਲ੍ਹ 'ਚ, ਹਵਾਲਾਤ 'ਚ। ਕਿਉਂਕਿ ਕਿੰਨੀ ਕੁ ਦੇਰ ਇਦਾਂ ਦੇ ਸਿਸਟਮ 'ਚ ਅਸੀਂ ਪਲਦੇ ਰਵਾਂਗੇ? ਕਿੰਨੀ ਕੁ ਦੇਰ ਅਸੀਂ ਜਿਹੜਾ ਮਤਲਬ ਗਲਤੀ ਕਰਦਾ ਉਹਨੂੰ ਅਸੀਂ ਕਹਿ ਨਹੀਂ ਸਕਦੇ? ਸਾਡੀ ਆਵਾਮ 'ਚ ਵੀ ਕੋਈ ਸਾਹ ਸੱਤ ਹੈ ਨਹੀਂ ਕਿ ਮਤਲਬ ਇੱਥੇ ਇੰਨਾ ਅਸੀਂ ਬਰਡਨ, ਵਜ਼ਨ ਇੰਨਾ ਬਰਦਾਸ਼ਤ ਕਰੀ ਜਾਣ ਡਏ ਆ, ਸਾਡਾ ਸਾਹ ਤੱਕ ਨਹੀਂ ਨਿਕਲਣ ਡਿਆ, ਲੇਕਿਨ ਅਸੀਂ ਆਵਾਜ਼ ਨਹੀਂ ਕੱਢਣ ਡਏ। ਤੇ ਇਹੀ ਸਿਸਟਮ ਗਲੀਆਂ ਮੁਹੱਲਿਆਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਚੱਲਣ ਡਿਆ ਕਿ ਜਨਾਬ ਹਲਾਲ ਕਰ ਦਿਓ, ਜੋ ਮਰਜ਼ੀ ਕਰ ਦਿਓ, ਅਸੀਂ ਆਵਾਜ਼ ਨਹੀਂ ਚੱਕਣੀ। ਤੇ ਇਹ ਦੇਖੋ ਸਾਡੇ ਮੁਲਕ ਦੇ ਹਾਲਾਤ, ਮਤਲਬ ਜਿਹੜੀ ਸਾਡੀ ਮਾਸ਼ੀਅਤ ਆ ਉਹ ਬੇੜਾ ਗਰਕ ਹੋਈ ਆ, ਸਾਰੇ ਨਿਜ਼ਾਮ ਖਰਾਬ ਆ, ਸਾਡੀਆਂ ਲੜਾਈਆਂ ਨਹੀਂ ਮੁੱਕਣ ਡੀਆਂ। ਅੱਗੇ ਅਸੀਂ ਬੰਦੇ ਦੀ ਰੋਜ਼ ਲੜਾਈ ਹੁੰਦੀ ਹੈ, ਕੋਈ ਨਾ ਕੋਈ ਖਬਰਾਂ ਵਾਲੇ ਗਰੁੱਪ ਦੇ ਵਿੱਚ ਕੁਛ ਨਾ ਕੁਛ ਆਉਂਦਾ ਰਹਿੰਦਾ। ਤੇ ਅੱਜ ਅਸੀਂ ਹੈਰਾਨ ਹੋ ਗਏ ਜਨਾਬ, ਬੀਬੀਆਂ ਉੱਥੇ ਜਨਾਬ ਉਹਨਾਂ ਨੇ ਬੱਚੇ ਦਾ ਐਸੀ ਤੈਸੀ ਫੇਰਦੀ ਹੈ ਜਨਾਬ, ਕਿੱਕਾਂ ਮਾਰਨ ਡਈਆਂ, ਮਤਲਬ ਲੱਤਾਂ ਮਾਰਨ ਡਈਆਂ, ਕੀ ਕੁਛ ਕਰਨ ਡਈਆਂ। ਤੇ ਉਹ ਵੀ ਸਾਡੀਆਂ ਬੀਬੀਆਂ ਭੈਣਾਂ ਹੀ ਆ ਜੀ, ਕਿਉਂਕਿ ਹੁਣ ਅਸੀਂ ਇੱਥੇ ਬਹਿ ਕੇ ਸਕਰੀਨ ਦੇ ਉੱਤੇ ਵੀ ਤੇ ਕੋਈ ਗੱਲ ਐਸੀ ਨਹੀਂ ਕਰ ਸਕਦੇ ਕਿ ਜਿੱਥੇ ਮਤਲਬ ਸਾਨੂੰ ਕੱਲ ਨੂੰ ਪਛਤਾਉਣਾ ਪਵੇ।
ਤੁਸੀਂ ਵੀ ਇਹ ਸੋਚ ਲਓ ਕਿ ਤੁਸੀਂ ਇਦਾਂ ਦੀ ਹਰਕਤ ਜਾਂ ਐਸੀ ਗੱਲ ਨਾ ਕਰੋ ਕਿ ਜਿੱਥੇ ਤੁਹਾਨੂੰ ਪਛਤਾਉਣਾ ਪਵੇ। ਹੁਣ ਦੇਖੋ ਨਾ, ਉਹ ਗਰੁੱਪਾਂ ਦੇ ਵਿੱਚ ਉਹ ਵੀਡੀਓ ਚੱਲੀ ਆ, ਵੀਡੀਓ ਮੈਨੂੰ ਮੇਰੇ ਸਾਹਮਣੇ ਆਈ, ਮੇਰਾ ਦਿਲ ਕੀਤਾ ਕਿ ਮੈਂ ਉਹਦੇ ਤੇ ਬੋਲਾਂ ਥੋੜਾ ਜਿਹਾ, ਪਰ ਮੈਂ ਗੱਲ ਕਰਾਂ ਕਿ ਇਹ ਕੈਸੀ ਤਰਬੀਅਤ ਹੋਏਗੀ। ਅਗਰ ਕੋਈ ਤੁਸੀਂ ਜਦੋਂ ਜਾ ਹੀ ਇਸ ਤਰੀਕੇ ਨਾਲ ਡਏ ਹੋ, ਜਾਂ ਮਤਲਬ ਤੁਹਾਡਾ ਹੈ ਕਿ ਤੁਸੀਂ ਫੈਸ਼ਨੇਬਲ ਲੋਕ ਹੋ, ਤੁਸੀਂ ਜਾ ਕੇ ਉੱਥੇ ਮਤਲਬ ਜਾ ਕੇ ਤੇ ਚਾਦਰ ਔਰ ਚਾਰ ਦੀਵਾਰੀ ਦੇ ਤਕੱਦਸ ਪਮਾਲ, ਮਤਲਬ ਕੁਝ ਲੋਕਾਂ ਜਦੋਂ ਵੀ ਕੋਈ ਇਦਾਂ ਦਾ ਕੋਈ ਵਾਕਿਆ ਹੁੰਦਾ ਜਾਂ ਪੁਲਿਸ ਰੇਡ ਕਰਦੀ ਹੈ ਜਾਂ ਕੁਝ, ਤੇ ਉਹਦੇ ਤੇ ਲਿਖਿਆ ਜਾਂਦਾ ਚਾਦਰ ਔਰ ਚਾਰ ਦੀਵਾਰੀ ਦਾ ਤਕੱਦਸ ਇਸਤੇਮਾਲ ਕਰਤਾ। ਜਦੋਂ ਉਹ ਲੋਕ ਵੀ ਤਾਂ ਦੁਨੀਆ ਦੇ ਹੈਗੇ ਆ, ਮਤਲਬ ਫਾਰ ਐਗਜ਼ਾਮਪਲ ਕਿ ਜਿਹਦੀ ਨਾ ਚਾਦਰ ਆ ਨਾ ਚਾਰ ਦੀਵਾਰੀ ਹੈ, ਉਹ ਮਤਲਬ ਓਪਨ ਹੈਗੇ, ਖੁੱਲੇ ਹੈਗੇ ਆ, ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ। ਇਹ ਚੀਜ਼ਾਂ ਕਿਉਂ ਨਹੀਂ ਆਬਜ਼ਰਵ ਕਰਦੇ? ਅਗਰ ਕੋਈ ਤੁਸੀਂ ਦੁਪੱਟਾ ਲਾ ਕੇ ਗਏ ਹੋ, ਤੇ ਦੁਪੱਟਾ ਲਾ ਕੇ ਆਲੇ ਦੁਆਲੇ ਦੇ ਲਈ ਜਿਹੜੇ ਲੋਕ ਆ, ਉਹਨਾਂ ਨੇ ਤੁਹਾਨੂੰ ਵੇਖਣਾ ਹੀ ਵੇਖਣਾ ਹੈ। ਅਗਰ ਤੁਹਾਨੂੰ ਕੋਈ ਵੇਖ ਕੇ ਹੱਸ ਦੇਗਾ ਜਾਂ ਕੋਈ ਮਤਲਬ ਕੋਈ ਤੁਹਾਨੂੰ ਵੇਖ ਲੇਗਾ ਗੌਰ ਨਾਲ, ਤੇ ਤੁਸੀਂ ਉਹਨੂੰ ਮਤਲਬ ਇਹ ਜਿਹੜੀ ਉਹ ਦੇਖੋ, ਇਹ ਮਾਸ਼ਰਾ ਵਾ, ਇਹ ਸਾਡੇ ਮਾਸ਼ਰੇ ਦੀ ਇੱਕ ਕਹਿ ਲਓ ਕਿ ਰੀਤ ਬਣ ਚੁੱਕੀ ਹੈ ਕਿ ਉਹ ਇਦਾਂ ਦੇ ਲੋਕ ਤੁਹਾਨੂੰ ਜਗ੍ਹਾ ਜਗ੍ਹਾ ਪਾਏ ਜਾਣਗੇ, ਇਦਾਂ ਦੇ ਜੋ ਲੋਕ ਤੁਹਾਨੂੰ ਜਗ੍ਹਾ ਜਗ੍ਹਾ ਮਿਲਣਗੇ, ਜਿਹੜੇ ਠਰਕੀ ਨਜ਼ਰਾਂ ਨਾਲ ਬੁੱਢੀਆਂ ਨੂੰ ਵੇਖਦੇ ਹੋਣਗੇ। ਲੇਕਿਨ ਦੇਖੋ ਨਾ, ਜਿਸ ਬੰਦੇ ਦੀ ਕੋਈ ਗਲਤੀ ਹੈਗੀ ਆ, ਜਿਸ ਬੰਦੇ ਦੇ ਕੋਈ ਹੈ ਇਦਾਂ ਦਾ ਮਾਮਲਾ, ਉਹਨੂੰ ਸਜ਼ਾ ਦਿਓ। ਹੁਣ ਇੱਕ ਬੱਚਾ ਮਿਹਨਤ ਕਰ ਰਿਹਾ ਵਾ ਇੱਕ ਮਾੜ ਦੇ ਵਿੱਚ, ਠੀਕ ਹੋ ਗਿਆ, ਔਰ ਤੁਸੀਂ ਫੜ ਕੇ ਉਹਨੂੰ ਕੁੱਟ ਦਿੱਤਾ, ਸਿਰਫ ਇਲਜ਼ਾਮ ਇਹ ਲਾਇਆ ਜੀ ਕਿ ਹਰਾਸਮੈਂਟ ਕੀਤੀ ਹੈ, ਸਾਨੂੰ ਹਰਾਸਾਂ ਕੀਤਾ। ਦੱਸੋ, ਖੜਾ ਉਹ ਇੰਨੇ ਗਾਹਕ ਕਸਟਮਰ ਵੀ ਪਿੱਛੇ ਖੜੇ ਆ, ਤੇ ਕਿੰਨਾ ਕੁ ਤੁਹਾਨੂੰ ਹਰਾਸਮੈਂਟ ਕਰ ਲਿਆ ਹੋਏਗਾ। ਲੇਕਿਨ ਮੈਂ ਸਮਝਦਾ ਕਿ ਇਸ ਮੁਲਕ ਦਾ ਅੱਲਾ ਹੀ ਆਪਸ, ਜਿੱਥੇ ਹਰ ਬੰਦੇ ਦਾ ਆਪਣਾ ਕਾਨੂੰਨ ਆ, ਜਿੱਥੇ ਹਰ ਬੰਦੇ ਦੀ ਲਾਠੀ, ਜਿਹਦੇ ਹੱਥ ਲਾਠੀ ਆ ਉਹਦੀ ਮੱਝ ਵਾ, ਉਹਦੀ ਗਾਂ ਵਾ। ਮਕਸਦ ਮੁਲਕ ਕਿਹਦਾ ਫਿਰ? ਮੁਲਕ ਸਾਡਾ ਤੇ ਨਹੀਂ ਹੈ, ਅਸੀਂ ਤੇ ਆਜ਼ਾਦ ਹੀ ਨਹੀਂ। ਇੱਥੇ ਮਾੜੇ ਬੰਦੇ ਦਾ ਜਿਹੜਾ ਕੋਈ ਨਹੀਂ ਹੈਗਾ, ਇੱਥੇ ਤਗੜਾ ਬੰਦਾ ਤੇ ਸਭ ਠੀਕ ਆ, ਠੀਕ ਹੋ ਗਿਆ। ਮਾੜਾ ਬੰਦਾ ਤੇ ਉਹਦਾ ਸਭ ਬੇੜਾ ਗਰਕ ਹੀ ਆ, ਕੋਈ ਉਹਦਾ ਬਿਹਤਰ ਨਹੀਂ ਹੈਗਾ, ਪਰਸਾਨੇ ਹਾਲ ਕੋਈ ਨਹੀਂ ਹੈਗਾ। ਆਖਰ ਕਦੋਂ ਤੱਕ ਅਸੀਂ ਇਸ ਸਿਸਟਮ ਦੇ ਨਾਲ ਚੱਲਦੇ ਰਵਾਂਗੇ? ਤੇ ਨਾ ਉਹਨੂੰ ਬੇਗੁਨਾਹ ਨੂੰ ਵਿੱਚ ਫੜਵਾਤਾ, ਉੱਤੋਂ ਉਹਨੂੰ ਕਹਿੰਦੇ ਜੀ ਉਹਦੇ ਪੈਰ ਫੜ ਕੇ ਮਾਫੀ ਮੰਗੋ। ਤੇ ਇਹ ਤਜ਼ਲੀਲ ਨਹੀਂ ਹੈਗੀ ਮਰਦ ਦੀ? ਇਹ ਮਰਦ ਨੂੰ ਮਤਲਬ ਇਹ ਜਿੰਨੇ ਮਰਦ ਖਮੋਸ਼ ਬੈਠੇ ਆ, ਉਹਨਾਂ ਦੀ ਤਜ਼ਲੀਲ ਨਹੀਂ ਹੈਗੀ ਕਿ ਉਹ ਜਾ ਕੇ ਹੁਣ ਬੀਬੀਆਂ ਦੀ ਗਲਤੀ ਵੀ ਦੇਖੋ, ਬੀਬੀਆਂ ਦੀ ਹੈ ਕਿ ਉਹਨਾਂ ਨੇ ਫੜ ਕੇ ਜਾ ਕੇ ਉਹਦੇ ਚਪੇੜਾਂ ਮਾਰੀਆਂ ਵਾ। ਜਿਹੜੀ ਵੀਡੀਓ 'ਚ ਚੀਜ਼ ਨਜ਼ਰ ਆ ਰਹੀ ਹੈ, ਵੀਡੀਓ ਦੇ ਤਹਿਤ ਗੱਲ ਕਰ ਰਹੇ ਹਾਂ, ਹੋਰ ਅੱਗੇ ਪਿੱਛੇ ਨਹੀਂ ਪਤਾ ਕਿ ਕੀ ਕੀਤਾ ਹੈਗਾ ਉਹਨੇ, ਠੀਕ ਹੋ ਗਿਆ। ਲੇਕਿਨ ਤਸਦੀਕ ਤੇ ਕਰਨ ਤੇ ਵੀ ਇਹੀ ਪਤਾ ਲੱਗਾ ਜੀ ਕਿ ਉਹ ਬੀਬੀਆਂ ਨੇ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਇਹ ਚੀਜ਼ਾਂ ਨੋਟ ਕਰਨ ਵਾਲੀਆਂ, ਦੇਖਣ ਵਾਲੀਆਂ। ਫਿਰ ਤੁਸੀਂ ਕਿਉਂ ਸ਼ੋਅ ਪੀਸ ਬਣ ਕੇ ਜਾ ਰਹੇ ਹੋ, ਕਿਉਂ ਮਾਡਲ ਬਣ ਕੇ ਜਾ ਰਹੇ ਹੋ ਕਿ ਲੋਕ ਤੁਹਾਡੇ ਵੱਲ ਦੇਖਣ? ਫਿਰ ਤੁਹਾਨੂੰ ਲੱਗੇ ਕਿ ਇਹਨੇ ਮੈਨੂੰ ਹਰਾਸਾ ਕੀਤਾ। ਲਿਹਾਜ਼ਾ ਇਹਦੇ 'ਚ ਜਿੰਨੇ ਵੀ ਮਾਮਲਾ ਸਾਡੇ ਮੁਲਕ ਦੇ ਵਿੱਚ ਹੁੰਦੇ ਆ, ਜਾਂ ਖਾਸ ਕਰ ਜਿਹੜੇ ਮੇਲ ਰੇਪਸ ਦੇ ਹਵਾਲੇ ਨਾਲ ਗੱਲ ਮੈਂ ਅਗਰ ਕਰਾਂ, ਤੇ ਉਹ ਮਤਲਬ ਉਹਦੇ 'ਚ ਬਹੁਤ ਸਾਰੀਆਂ ਗਲਤੀਆਂ ਕੁਤਾਹੀਆਂ ਇਹ ਵਨ ਸਾਈਡਡ ਨਹੀਂ ਹੁੰਦੀਆਂ, ਉਹ ਦੂਸਰੀ ਸਾਈਡ ਤੋਂ ਵੀ ਹੁੰਦੀਆਂ, ਲੇਕਿਨ ਉਹ ਐਕਸਪੋਜ਼ ਹੋ ਜਾਂਦੇ ਆ, ਉਹ ਮਾਮਲਾ ਖੁੱਲ ਜਾਂਦੇ ਆ। ਇਹ ਚੀਜ਼ਾਂ ਉਹ ਫਿਰ ਉਹ ਵੀ ਤਾਂ ਬਦਨਾਮੀ ਦਾ ਬਾਇਸ ਬਣਦੇ ਆ। ਲੇਕਿਨ ਇਹ ਜਿਹੜੀ ਚੀਜ਼ ਅੱਜ ਹੋਈ ਆ ਲਾਹੌਰ ਦੇ ਵਿੱਚ, ਮਤਲਬ ਉਸ ਮਾਰ ਤੇ ਸਾਰੇ ਆ, ਤੇ ਸਭ ਤੋਂ ਵੱਡੀ ਬਦਨਾਮੀ ਹੈ। ਤੇ ਉਹਦੇ 'ਚ ਮੈਂ ਗੱਲ ਕਹਿਣਾ ਚਾਹਾਂਗਾ ਕਿ ਚਲੋ ਉਸ ਬੱਚੇ ਨੇ ਗਲਤੀ ਕਰ ਲਈ ਹੈ, ਲੇਕਿਨ ਉਹਨੂੰ ਇੰਨੀ ਸਜ਼ਾ ਕਾਫੀ ਆ ਕਿ ਤੁਸੀਂ ਉਹਨੂੰ ਕੁੱਟ ਲਿਆ, ਮਾਰ ਲਿਆ, ਤੇ ਉੱਥੇ ਗੱਲ ਖਤਮ ਹੋ ਗਈ। ਫਿਰ ਤੁਹਾਡੀ ਵੀਡੀਓ ਵੀ ਵਾਇਰਲ। ਫਿਰ ਮੈਂ ਇੱਕ ਹੋਰ ਚੀਜ਼ ਐਂਡ ਤੇ ਵੇਖਣ ਡਿਆ ਕਿ ਜਨਾਬ ਉਹ ਵੀਡੀਓਜ਼ ਲੋਕ ਬਣਾ ਰਹੇ ਹੋਣਗੇ ਉਹਨਾਂ ਦੀਆਂ, ਤੇ ਉਹ ਵੀ ਉਹਨਾਂ ਦੇ ਅੱਗੇ ਮੋਬਾਈਲ ਖੋਲ ਕੇ ਖੜੀਆਂ ਹੋ ਗਈਆਂ ਔਰ ਬੋਲ ਰਹੀਆਂ ਕੁਛ ਉਹਨਾਂ ਨੂੰ ਭਲਾ ਹੀ ਬੋਲ ਰਹੀਆਂ ਹੋਣੀਆਂ। ਹੋਰ ਕੀ ਮਤਲਬ, ਉਹ ਜਿਹੜਾ ਬਜ਼ੁਰਗ ਆਦਮੀ ਛਡਾਣ ਆਇਆ ਸੀ, ਹੁਣ ਉਹਨੂੰ ਵੀ ਕਹਿੰਦੇ ਜੀ ਇਹਨੂੰ ਵੀ ਲੈ ਕੇ ਆਓ ਥਾਣੇ। ਦੱਸੋ ਯਾਰ, ਮਤਲਬ ਆ ਬੈਲ ਮੁਝੇ ਮਾਰ ਵਾਲੀ ਗੱਲ ਆ ਕਿ ਅਮੀਰ ਲਈ ਇਹਦਾ ਮਤਲਬ ਹੈ ਕਾਨੂੰਨ ਹੋਰ ਆ ਤੇ ਗਰੀਬ ਲਈ ਕੁਝ ਹੋਰ ਆ। ਏਦਾਂ ਤੇ ਨਹੀਂ ਹੁੰਦਾ। ਲਿਹਾਜ਼ਾ ਆਪਣੀ ਰਵਸ਼ ਚੇਂਜ ਕਰੋ। ਅਗਰ ਮੁਲਕ ਨੂੰ ਬਚਾਉਣਾ ਤੇ ਛੋਟੇ ਛੋਟੇ ਮਾਮਲਾ, ਛੋਟੇ ਛੋਟੇ ਵਾਕਿਆਤ ਤੇ ਕਾਬੂ ਪਾਉਣਾ ਵੀ ਸਿੱਖੋ, ਆਪਣੇ ਜਜ਼ਬਾਤ ਤੇ ਕਾਬੂ ਪਾਉਣਾ ਸਿੱਖੋ, ਆਪਣੇ ਗੁੱਸੇ ਤੇ ਕਾਬੂ ਪਾਉਣਾ ਸਿੱਖੋ। ਕਿ ਆ ਕੇ ਚੱਕ ਕੇ ਤੁਸੀਂ ਆਏ ਔਰ ਚੱਕਿਆ ਕਿਸੇ ਬੰਦੇ ਨੂੰ ਤੇ ਸਿੱਟ ਦਿੱਤਾ, ਏਦਾਂ ਨਹੀਂ ਹੈਗਾ। ਇਨਸਾਨੀਅਤ ਦੀ ਤਜ਼ਲੀਲ ਕਰਨਾ ਬੰਦ ਕਰ ਦਿਓ ਤਾਂ ਕਿ ਅਸੀਂ ਕੋਈ ਸੁੱਖ ਨਾਲ ਸਾਹ ਲੈ ਸਕੀਏ। ਗਲਤੀ ਇੱਕ ਬੰਦਾ ਕਰਦਾ ਹਮੇਸ਼ਾ, ਉਹ ਕਹਿੰਦੇ ਨੇ ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ। ਇਸੇ ਤਰ੍ਹਾਂ ਮੁਲਕ ਦੇ ਵਿੱਚ ਬਹੁਤ ਸਾਰੀਆਂ ਨਾਅਹਲੀਆਂ, ਗੁਨਾਹ, ਮਤਲਬ ਗਲਤ ਕਾਰੀਆਂ, ਇਹ ਸਾਰੀਆਂ ਪੈਣੀਆਂ ਉਹਨਾਂ ਲੋਕਾਂ ਤੇ ਵੀ ਹੈ ਜਿਹੜੇ ਵਿਚਾਰੇ 5 ਵਕਤ ਦੀ ਨਮਾਜ਼ ਆ ਤੇ ਉਹ ਨਮਾਜ਼ੀ ਆ, ਤੇ ਉਹ ਕਿਸੇ ਨੂੰ ਕਹਿੰਦੇ ਵੀ ਕੁਛ ਨਹੀਂ ਹੋਣੇ, ਲੇਕਿਨ ਪੈਣੀਆਂ ਉਹਨਾਂ ਤੇ ਵੀ ਹੈ। ਉਹਦੇ 'ਚ ਹਜ਼ਰਤ ਲੂਤ अलैहिस्सलाम ਦਾ ਜਿਹੜਾ ਵਾਕਿਆ ਉਹ ਤੁਹਾਨੂੰ ਮਤਲਬ ਉਹ ਤੁਸੀਂ ਸੁਣ ਚੁੱਕੇ ਹੋ, ਹਰ ਬੰਦੇ ਨੂੰ ਪਤਾ ਹੈ ਕਿ ਉਹ ਪੂਰਾ ਸ਼ਹਿਰ ਦਾ ਸ਼ਹਿਰ ਹੀ ਪਲਟ ਦਿੱਤਾ ਗਿਆ ਸੀ, ਠੀਕ ਹੋ ਗਿਆ। ਉਹ ਕਿਉਂ ਪਲਟਿਆ ਸੀ ਉਹ ਸਾਰੀ ਇੱਕ ਅਲੱਗਾ ਸਟੋਰੀ ਆ, ਲੇਕਿਨ ਉਹਦੇ 'ਚ ਤੁਹਾਨੂੰ ਪਤਾ ਹੈ ਕਿ ਉਹ ਮਤਲਬ ਲੂਤ ਕੌਮ ਜਿਹੜੀ ਸੀਗੀ ਉਹ ਕਿਸ ਨਜ਼ਰੀਏ ਨਾਲ ਸੀਗੀ ਔਰ ਕਿੱਦਾਂ ਉਹਨਾਂ ਦਾ ਕੋਈ ਰਹਿਣ ਸਹਿਣ ਸੀਗਾ। ਇਹ ਚੀਜ਼ਾਂ ਮਕਸਦ ਕਰਦੇ ਕੁਝ ਲੋਕ ਸੀਗੇ, ਲੇਕਿਨ ਸਾਰੇ ਲੋਕ ਬਰਬਾਦ ਹੋ ਗਏ। ਇਸੇ ਤਰ੍ਹਾਂ ਜਿਹੜੇ ਗਲਤ ਲੋਕ ਆ ਜਾਂ ਗੰਦੇ ਲੋਕ ਆ, ਉਹ ਆਪਣੀ ਰਵਸ਼ ਤੋਂ ਹਟ ਨਹੀਂ ਸਕਦੇ, ਲੇਕਿਨ ਉੱਤੇ ਕਾਬੂ ਤੇ ਪਾਇਆ ਜਾ ਸਕਦਾ, ਉਹਨੂੰ ਟ੍ਰੇਸਿਆ ਤੇ ਜਾ ਸਕਦਾ, ਜਾਂ ਉਹਨਾਂ ਨੂੰ ਸਮਝਾਇਆ ਤੇ ਜਾ ਸਕਦਾ ਕਿ ਤੁਸੀਂ ਇੱਥੇ ਸਬਰ ਕਰ ਲਓ, ਇੱਥੇ ਠੀਕ ਹੋ ਜਾਏਗਾ, ਇਹ ਆਪਣਾ ਰੁਕ ਜਾਓ, ਸਟਾਪ ਕਰ ਲਓ। ਲੇਕਿਨ ਇੱਥੇ ਦੌੜ ਕੋਈ ਨਹੀਂ ਲਾਉਣ ਵਾਲਾ ਹੈ,
ਤੇ ਕਦੋਂ ਤੱਕ ਇਸ ਸਿਸਟਮ ਨੂੰ, ਇਸ ਨਿਜ਼ਾਮ ਨੂੰ ਅਸੀਂ ਠੀਕ ਨਹੀਂ ਕਰ ਪਾਵਾਂਗੇ ਤੇ ਕਦੋਂ ਤੱਕ ਸਾਨੂੰ ਇਹ ਸਭ ਕੁਝ ਵੇਖਣੇ ਨੂੰ ਮਿਲੇਗਾ। ਲਿਹਾਜ਼ਾ ਮੈਂ ਤੁਹਾਨੂੰ ਪ੍ਰੋਗਰਾਮ ਦੇ ਐਂਡ ਤੇ ਇਹ ਕਹਿਣਾ ਚਾਹ ਰਿਹਾ ਕਿ ਆਪਣੀ ਇਸ ਰਵਸ਼ ਨੂੰ ਚੇਂਜ ਕਰੋ, ਆਪਣੇ ਗੁੱਸੇ ਤੇ ਕੰਟਰੋਲ ਕਰੋ, ਆਪਣੇ ਤੁਸੀਂ ਜਾਓ, ਅਗਰ ਚਾਦਰ ਔਰ ਚਾਰ ਦੀਵਾਰੀ ਤੇ ਹੈ, ਚਾਰ ਦੀਵਾਰੀ ਚ ਨਿਕਲ ਕੇ ਜਦੋਂ ਤੁਸੀਂ ਜਾਣਾ ਤੇ ਚਾਦਰ ਲਾਜ਼ਮੀ ਹੈ, ਉਸ ਚਾਦਰ ਨੂੰ ਲਪੇਟ ਕੇ ਜਾਓਗੇ, ਕੋਈ ਤੁਹਾਨੂੰ ਹਰਾਸਮੈਂਟ ਨਹੀਂ ਕਰੇਗਾ, ਕੋਈ ਤੁਹਾਨੂੰ ਹਰਾਸਾ ਨਹੀਂ ਕਰੇਗਾ, ਕੋਈ ਤੁਹਾਡੇ ਵੱਲ ਘੂਰ ਕੇ ਨਹੀਂ ਵੇਖੇਗਾ, ਕੋਈ ਠਰਕੀ ਨਹੀਂ ਤੁਹਾਨੂੰ, ਮਤਲਬ ਠਰਕ ਨਹੀਂ ਝਾੜੇਗਾ। ਇਹ ਚੀਜ਼ਾਂ ਦੇਖੋ ਕਿ ਮਰਦਾਂ 'ਚ ਗਲਤੀਆਂ, ਮਤਲਬ ਮਰਦਾਂ 'ਚ ਵੀ ਹੁੰਦੀਆਂ, ਮੈਂ ਸਾਰੇ ਮਰਦਾਂ ਨੂੰ ਡਿਫੈਂਡ ਨਹੀਂ ਕਰ ਰਿਹਾ, ਲੇਕਿਨ ਵਿੱਚ ਕੁਝ ਔਰਤਾਂ 'ਚ ਵੀ ਗਲਤੀਆਂ ਹੁੰਦੀਆਂ, ਸਾਰੀਆਂ ਔਰਤਾਂ ਗਲਤ ਨਹੀਂ ਹੁੰਦੀਆਂ। ਇਸ ਕਰਕੇ ਮੈਂ ਕਹਿੰਦਾ ਕਿ ਆਪਣੇ ਦੇਖੋ ਨਾ, ਉਹਨੇ ਅਗਰ ਵੇਖ ਲਿਆ ਹੋਊਗਾ ਤੁਹਾਡੇ ਵੱਲ, ਸਭ ਤੋਂ ਜ਼ਿਆਦਾ ਇਹੀ ਆਬਜੈਕਸ਼ਨ ਹੋਏਗਾ ਕਿ ਤੂੰ ਸਾਨੂੰ ਵੇਖਿਆ ਕਿਉਂ, ਜਾਂ ਉਹ ਮਤਲਬ ਮੁਸਕਰਾ ਦਿੱਤਾ ਹੋਏਗਾ, ਇਹ ਆਬਜੈਕਸ਼ਨ ਹੋਏਗਾ। ਇਸ ਤੋਂ ਬਾਅਦ ਉਹਨੇ ਤੁਹਾਨੂੰ ਕੀ, ਉੱਥੇ ਉਹ ਕਾਊਂਟਰ ਤੇ ਇੱਧਰਲੀ ਸਾਈਡ ਤੇ ਖੜਾ, ਤੁਸੀਂ ਕਾਊਂਟਰ ਦੇ ਉੱਧਰਲੀ ਸਾਈਡ ਤੇ ਖੜੇ ਹੋ, ਲੇਕਿਨ ਇਹ ਜ਼ਿਆਦਤੀ ਕੀਤੀ ਹੈ ਤੁਸੀਂ। ਔਰ ਮੈਂ ਸਮਝਦਾ ਕਿ ਉਸ ਮਜ਼ਦੂਰ, ਉਸ ਗਰੀਬ ਬੰਦੇ ਨੂੰ ਉਹਦੇ ਘਰ ਦੇ ਮਤਲਬ ਕੀ ਸੋਚਦੇ ਹੋਣਗੇ। ਚਲੋ ਤੁਹਾਨੂੰ ਤੇ ਸ਼ਾਇਦ ਆਪਣੀ ਇੱਜ਼ਤ ਦਾ ਨਹੀਂ ਪਾਸ ਰੱਖਿਆ ਤੁਸੀਂ, ਜਾਂ ਆਪਣੇ ਵਾਲਿदैन ਦੀ ਇੱਜ਼ਤ ਦਾ ਪਾਸ ਨਹੀਂ ਰੱਖਿਆ, ਲੇਕਿਨ ਉਹਨਾਂ ਨੂੰ, ਉਸ ਬੱਚੇ ਦਾ ਕੀ ਬਣਿਆ ਹੋਇਆ। ਲਿਹਾਜ਼ਾ ਮੈਂ ਇਹ ਚਾਹ ਰਿਹਾ ਕਿ ਇਨਸਾਨੀਅਤ, ਇਕੁਅਲ ਇਨਸਾਨ ਹੋਣਾ, ਇਕੁਅਲ ਇਨਸਾਨ ਹੋਣਾ ਇੱਕ ਬੜੀ ਵੱਡੀ ਗੱਲ ਆ। ਉਹਦੇ ਜਾਂ ਬੰਦਾ ਉਹ ਕਿਸੇ ਅਹੁਦੇ ਤੇ ਆ ਤੇ ਉਹ ਸਰ ਦੁਨਿਆਵੀ ਚੀਜ਼ਾਂ ਵਾ, ਉਹ ਅਹੁਦੇ ਜਿਹੜੇ ਆ ਨਾ, ਉਹ ਫਰਜ਼ੀ ਅਹੁਦੇ ਆ, ਉਹ ਮਤਲਬ ਸਾਰਾ ਤੁਸੀਂ ਉਹਦੇ ਨਾਲ ਨਹੀਂ ਲੈ ਜਾਣੇ, ਉਹ ਇੱਥੇ ਹੀ ਰਹਿਣੇ। ਅਮੀਰਤ ਨਾਲ ਨਹੀਂ ਲੈ ਜਾਣੀ, ਉਹ ਇੱਥੇ ਹੀ ਰਹਿਣੀ ਹੈ। ਜਾਣਾ ਤਾਂ ਮਿੱਟੀ 'ਚ ਹੈ, ਮਿੱਟੀ 'ਚ ਰਲ ਜਾਣਾ, ਮਿੱਟੀ 'ਚ ਮਿਲ ਜਾਣਾ। ਜਿੱਥੇ ਹੁਣ ਅਸੀਂ ਕਿਤੇ ਮਿੱਟੀ ਹੁੰਦੀ, ਪੋਲੂਸ਼ਨ ਹੁੰਦੀ ਤੇ ਅਸੀਂ ਮੂੰਹ ਦੇ ਅੱਗੇ ਹੱਥ ਰੱਖ ਲੈਂਦੇ ਜਾਂ ਮਾਸਕ ਪਾ ਲੈਂਦੇ ਹਾਂ, ਲੇਕਿਨ ਜਾਣਾ ਫਿਰ ਉਸ ਮਿੱਟੀ 'ਚ, ਉਹ ਔਰ ਉਸੇ ਮਿੱਟੀ ਨਾਲ ਮੂੰਹ ਭਰ ਜਾਣਾ। ਤੇ ਬਸ ਇਹ ਅੱਲਾਹ ਤਾਲਾ ਜਿਹੜਾ ਆਖਰਤ ਦਾ ਜਿਹੜਾ ਨਿਜ਼ਾਮ ਹੈ ਨਾ, ਉਹ ਵਿਖਾਉਂਦਾ ਹੈ ਦੁਨੀਆ ਦੇ ਵਿੱਚ ਹੀ। ਲੇਕਿਨ ਇਹ ਚੀਜ਼ ਸਾਡੇ ਮੁਲਕ ਦੇ ਉੱਤੇ ਇਹ ਸਿਰਫ ਔਰ ਸਿਰਫ ਵਬਾਲ ਆ। ਇੱਕ ਨਵੇਂ ਤੋਂ ਨਵਾਂ ਰੋਜ਼ ਇਸ਼ੂ ਉੱਠਦਾ, ਨਵੇਂ ਤੋਂ ਨਵਾਂ ਇੱਕ ਗੱਲ ਮਿਲਦੀ ਹੈ ਔਰ ਲੋਕ ਉਹਦੇ ਪਿੱਛੇ ਤੁਰ ਪੈਂਦੇ ਆ। ਲਿਹਾਜ਼ਾ ਆਪਣੇ ਮੁਲਕ ਪਾਕਿਸਤਾਨ ਦਾ ਕੋਈ ਖਿਆਲ ਕਰੋ, ਆਪਣੇ ਪਾਕਿਸਤਾਨ ਦਾ ਖਿਆਲ ਕਰੋ, ਆਪਣੇ ਇਲਾਕੇ ਦਾ ਖਿਆਲ ਕਰੋ, ਆਪਣੇ ਸ਼ਹਿਰ ਦਾ ਖਿਆਲ ਕਰੋ, ਆਪਣੇ ਮੁਹੱਲੇ ਦਾ ਖਿਆਲ ਕਰੋ, ਉਸ 'ਚ ਰਹਿਣ ਵਾਲੇ ਲੋਕਾਂ ਦਾ ਖਿਆਲ ਕਰੋ, ਤਾਂ ਕਿ ਤੁਹਾਡਾ ਵੀ ਅੱਲਾਹ ਤਾਲਾ ਖਿਆਲ ਰੱਖੇ। ਤੇ ਬਸ ਮੇਰੇ ਕੋਲ ਅੱਜ ਦੀ ਗੱਲ 'ਚ ਇਹੀ ਗੱਲ ਸੀ, ਤੇ ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਇੱਕ ਨਵੇਂ ਟੌਪਿਕ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼।